ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾਂ। ਸਗਲ ਤਿਆਗ ਗੁਰ ਸਰਣੀ ਆਇਆ, ਰਾਖੋ ਰਾਖਨ ਹਾਰੇ। ਜਿਤ ਤੂੰ ਲਾਵੈ ਤਿਤ ਹਮ ਲਾਗੈ, ਕਿਆ ਇਹ ਜੰਤ ਵਿਚਾਰੇ। ਸਗਲ ਤਿਆਗ ਗੁਰ ਸਰਣੀ ਆਇਆ, ਰਾਖੋ ਰਾਖਨ ਹਾਰੇ। ਜਿਤ ਤੂੰ ਲਾਵੈ ਤਿਤ ਹਮ ਲਾਗੈ, ਕਿਆ ਇਹ ਜੰਤ ਵਿਚਾਰੇ। ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ, ਕਰ ਕਿਰਪਾ ਗੁਰਦੇਵ ਦਿਆਲਾ। ਗੁਣ ਗਾਵਾਂ ਨਿਤ ਸੁਆਮੀ, ਰਹਾਉ। ਆਠ ਪਹਿਰ ਪ੍ਰਭ ਆਪਣਾ ਧਿਆਈਐ, ਗੁਰ ਪ੍ਰਸਾਦ ਭਵ ਤਰੀਐ। ਆਪ ਤਿਆਗ ਹੋਈਐ ਸਭ ਰਹਿਣਾ, ਜੀਵਤ ਆਇਉ ਮਰੀਐ। ਸਫਲ ਜਨਮ ਤਿਸ ਕਾ ਜਗ ਭੀਤਰ, ਸਾਧ ਸੰਗ ਨਾਉ ਜਾਪੇ। ਸਗਲ ਮਨੋਰਥ ਤਿਸ ਕੇ ਪੂਰਨ, ਜਿਸ ਦਇਆ ਕਰੇ ਪ੍ਰਭ ਆਪੇ। ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ, ਤੇਰੀ ਸਰਣ ਦਿਆਲਾ। ਕਰ ਕਿਰਪਾ ਆਪਣਾ ਨਾਮ ਦੀਜੈ, ਨਾਨਕ ਸਾਧ ਰਵਾਲਾ। ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ, ਤੇਰੀ ਸਰਣ ਦਿਆਲਾ। ਕਰ ਕਿਰਪਾ ਆਪਣਾ ਨਾਮ ਦੀਜੈ, ਨਾਨਕ ਸਾਧ ਰਵਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग
गुरु की साजी निवाजी साध संगत जीओ, आप जी वड्डे भागां वाले हो जो कि आप जी ने अज दे ये पावन अमृतमयी बचन सतगुर साहिब श्री गुरु रामदास जी महाराज जी दे दर तो ਅੰਮ੍ਰਿਤ ਵੇਲੇ ਸੋਹਣੇ ਸਿੰਘਾਸਣ ਤੇ ਸੁਭਾਏਮਾਨ ਪ੍ਰਕਾਸ਼ਵਾਨ ਹੋ ਕੇ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਹ ਪਾਵਨ ਅੰਮ੍ਰਿਤਮਈ ਬਚਨ ਜੋ ਪਾਵਨ ਮੁਖਵਾਕ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੇ ਸਨ ਸੰਸਾਰ ਦੀ ਤੇ ਮਾਨੁਖ ਜਾਤੀ ਦੇ ਭਲਾਈ ਦੇ ਲਈ। ਸੋ ਆਪ ਸਮੂਹ ਸਾਧ ਸੰਗਤ ਨੇ ਇਹਨਾਂ ਪਾਵਨ ਬਚਨਾਂ ਨੂੰ ਸਰਵਣ ਕਰਕੇ ਆਪਣੇ ਜੀਵਨ ਸਫਲ ਕੀਤੇ ਹਨ। ਸਾਧ ਸੰਗਤ ਜੋ ਅੱਜ ਦੇ ਇਹ ਪਾਵਨ ਅੰਮ੍ਰਿਤਮਈ ਬਚਨ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 750 ਤੇ ਸੁਭਾਏਮਾਨ ਹਨ। ਸੋ ਆਓ ਆਪਾਂ ਸਾਰੇ ਹੀ ਮਨਾਂ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਮਾਲਕ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਇਹ ਅਰਦਾਸ ਬੇਨਤੀ ਕਰਨੀ ਹੈ। ਗੁਰ ਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੂ ਜਨਮ ਜਨਮ ਕੀ ਮੈਂ ਲਗਈ। ਜਦੋਂ ਉਹ ਪੂਰਾ ਗੁਰੂ ਉਹ ਮੇਰਾ ਮਾਲਕ ਆਪ ਵਾਹਿਗੁਰੂ ਸਾਡੇ ਤੇ ਮਿਹਰ ਤੇ ਸਾਡੇ ਤੇ ਬਖਸ਼ਿਸ਼ ਕਰਨਗੇ ਤੇ ਅੰਦਰ ਦੀ ਜਿਹੜੀ ਮੈਲ ਹੈ ਨਾ ਉਹ ਖਤਮ ਹੋ ਜਾਵੇਗੀ। ਜਿਹੜੀ ਅੰਦਰ ਮੈਲ ਲੱਗੀ ਪਈ ਹੈ ਨਾ ਉਹ ਖਤਮ ਹੋ ਜਾਣੀ ਹੈ। ਲੇਕਿਨ ਇਹ ਕਦੋਂ ਖਤਮ ਹੋਵੇਗੀ ਉਹ ਵੀ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸਗਲ ਤਿਆਗ ਗੁਰ ਸਰਣੀ ਆਇਆ ਰਾਖੋ ਰਾਖਨ ਹਾਰੇ। ਜਦੋਂ ਸਭ ਕੁਝ ਪਿੱਛੇ ਛੱਡ ਕੇ ਸਿਰਫ ਇੱਕੋ ਇੱਕ ਗੁਰੂ ਦੇ ਲੜ ਲੱਗ ਜਾਵਾਂਗੇ ਨਾ ਸੱਚਮੁੱਚ ਹੀ ਗੁਰੂ ਦੀ ਸ਼ਰਨ ਵਿੱਚ ਆ ਜਾਵਾਂਗੇ ਉਦੋਂ ਸਾਧ ਸੰਗਤ ਜੋ ਸਾਡੀ ਹਾਜ਼ਰੀ ਗੁਰੂ ਦੇ ਦਰ ਤੇ ਪ੍ਰਵਾਨ ਹੋਵੇਗੀ ਤੇ ਅੰਦਰ ਦੀ ਮੈਲ ਜਿਹੜੀ ਹੈ ਉਹ ਧੋਤੀ ਜਾਣੀ ਹੈ। ਜਿਵੇਂ ਇਤਿਹਾਸ ਵਿੱਚ ਕਥਨ ਆਉਂਦਾ ਹੈ ਸਾਧ ਸੰਗਤ ਜੋ ਸਤਿਗੁਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ। ਸਾਧ ਸੰਗਤ ਜੋ ਆਪ ਜੀ ਦੇਵੀ ਦੇ ਉਪਾਸਕ ਸਨ, ਦੇਵੀ ਪੂਜਾ ਕਰਦੇ ਸਨ। ਅੱਜ ਆਪਣੀ ਨਗਰ ਤੋਂ ਚੱਲਦੇ ਹਨ, ਨਾਲ ਆਪ ਜੀ ਦੇ ਜੱਥਾ ਵੀ ਹੈ। ਲੇਕਿਨ ਜਦੋਂ ਕਰਤਾਰਪੁਰ ਦੇ ਨੇੜੇ ਆਉਂਦੇ ਹਨ ਉੱਥੇ ਡੇਰਾ ਡਾ ਲੈਂਦੇ ਹਨ ਤੇ ਸਾਧ ਸੰਗਤ ਜੋ ਅੰਮ੍ਰਿਤਮਈ ਬਚਨ ਕਦੇ ਸੁਣੇ ਹੁੰਦੇ ਹਨ ਮਨ ਵਿੱਚ ਖਿਆਲ ਆਉਂਦਾ ਹੈ ਮਨਾ ਕਿਉਂ ਨਾ ਤੂੰ ਉਸ ਗੁਰੂ ਦਾ ਦਰਸ਼ਨ ਉਸ ਗੁਰੂ ਦਾ ਦੀਦਾਰ ਕਰਕੇ ਆ ਜਿਸ ਗੁਰੂ ਦੇ ਇੰਨੇ ਅੰਮ੍ਰਿਤਮਈ ਬਚਨ ਹਨ। ਸਾਧ ਸੰਗਤ ਜੋ ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਆਪਣੇ ਜੱਥੇ ਨੂੰ ਮਗਰ ਛੱਡ ਕੇ ਆਪ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ ਨਗਰ ਵਿੱਚ ਆਉਂਦੇ ਹਨ ਤੇ ਰਾਹ ਦੇ ਵਿੱਚ ਪੁੱਛਣਾ ਕਰਦੇ ਹਨ ਭਾਈ ਇੱਥੇ ਗੁਰੂ ਨਾਨਕ ਦਾ ਦਰ ਕਿਹੜਾ ਹੈ। ਜਿਨ੍ਹਾਂ ਨੂੰ ਪੁੱਛਣਾ ਕਰਦੇ ਨੇ ਉਹ ਆਪ ਸਤਿਗੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਘੋੜੇ ਦੀਆਂ ਲਗਾਮਾਂ ਫੜ ਲੈਂਦੇ ਹਨ ਤੇ ਆਪ ਉਹਨਾਂ ਨੂੰ ਆਖਦੇ ਨੇ ਭਾਈ ਬੈਠਾ ਰਹਿ। ਜਦੋਂ ਗੁਰੂ ਦੇ ਦਰ ਤੇ ਪੁੱਜਦੇ ਹਨ ਤੇ ਗੁਰੂ ਪਾਤਸ਼ਾਹ ਜੀ ਆਪਣੇ ਆਸਣ ਤੇ ਬਿਰਾਜੇ ਹੁੰਦੇ ਹਨ ਦੇਖ ਕੇ ਭਾਈ ਲਹਿਣਾ ਜੀ ਹੈਰਾਨ ਹੋ ਜਾਂਦੇ ਨੇ ਕਿ ਇਹ ਤੇ ਉਹੀ ਹਨ ਜਿਨ੍ਹਾਂ ਨੇ ਮੈਨੂੰ ਰਾਹ ਦੱਸਿਆ ਸੀ, ਜਿਹੜੇ ਇੱਥੋਂ ਤੱਕ ਲੈ ਕੇ ਆਏ ਹਨ।
ਤੇ ਸਾਧ ਸੰਗਤ ਜੋ ਚਰਨਾਂ ਵਿੱਚ ਆਪਣੇ ਆਪ ਨੂੰ ਅਰਪਣ ਕਰ ਦਿੱਤਾ। ਇਤਿਹਾਸਕਾਰ ਲਿਖਦੇ ਹਨ ਕਿ ਉਸ ਤੋਂ ਬਾਅਦ ਉਹ ਘਰ ਨਹੀਂ ਗਏ। ਜਦੋਂ ਵੀ ਕਿਤੇ ਜਾਂਦੇ ਸਨ 2-4 ਘੜੀਆਂ ਲਈ ਆਪਣੇ ਘਰ ਤੋਂ ਫਿਰ ਸਤਿਗੁਰ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਸਨ। ਇਹ ਸਨ ਸਗਲ ਤਿਆਗ ਗੁਰ ਸਰਣੀ ਆਇਆ। ਇਸ ਤਰ੍ਹਾਂ ਗੁਰੂ ਦੀ ਸ਼ਰਨ ਵਿੱਚ ਤੈਨੂੰ ਆਉਣਾ ਪਵੇਗਾ। ਪਾਤਸ਼ਾਹ ਨੇ ਇਹ ਨਹੀਂ ਆਖਿਆ ਸੀ ਕਿ ਤੂੰ ਭਾਈ ਆਪਣਾ ਘਰ ਪਰਿਵਾਰ ਛੱਡ। ਸਾਧ ਸੰਗਤ ਜੋ ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੇਵਾ ਕੀਤੀ, ਇਤਿਹਾਸ ਵਿੱਚ ਤੇ ਇੰਜ ਵੀ ਕਥਨ ਆਉਂਦੇ ਹਨ ਕਿ ਅੱਧੀ ਰਾਤ ਹੋਈ ਸੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੂੰ ਆਖਦੇ ਨੇ, ਭਾਈ ਦੇਖ ਕਿੰਨਾ ਸੋਹਣਾ ਸੂਰਜ ਖਿੜਿਆ ਹੋਇਆ ਹੈ, ਜਾ ਦਰਿਆ ਦੇ ਕੰਢੇ ਇਹ ਸਾਡੇ ਕੁਝ ਵਸਤਰ ਨੇ, ਇਹਨਾਂ ਨੂੰ ਸਾਫ਼ ਕਰ ਲਿਆ। ਸਾਧ ਸੰਗਤ ਜੋ ਭਾਈ ਸ੍ਰੀ ਚੰਦ ਆਖਦੇ ਹਨ, ਪਿਤਾ ਜੀ ਦੀ ਵਡੇਰੀ ਉਮਰ ਹੋਣ ਕਰਕੇ ਰਾਤ ਨੂੰ ਵੀ ਇਹਨਾਂ ਨੂੰ ਚਾਨਣਾ ਨਜ਼ਰ ਆਉਂਦਾ ਹੈ। ਛੋਟੇ ਪੁੱਤਰ ਨੂੰ ਵੀ ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ, ਲਖਮੀ ਦਾਸ ਜੀ ਨੂੰ, ਲੇਕਿਨ ਉਹ ਵੀ ਇੰਜ ਹੀ ਕਹਿ ਕੇ ਸੋ ਜਾਂਦੇ ਹਨ। ਜਦੋਂ ਭਾਈ ਲਹਿਣਾ ਜੀ ਨੂੰ ਆਖਿਆ ਜਾਂਦਾ ਹੈ ਤੇ ਸਾਧ ਸੰਗਤ ਜੋ ਉਸੇ ਵੇਲੇ 7 ਬਚਨ ਆਖਦੇ ਹਨ ਤੇ ਜਦੋਂ ਨਦੀ ਦੇ ਕੰਢੇ ਪੁੱਜਦੇ ਹਨ ਉੱਥੇ ਸੱਚਮੁੱਚ ਹੀ ਸੂਰਜ ਖਿੜਿਆ ਹੋਇਆ ਸੀ। ਆਪਣੀ ਆਪਣੀ ਇਤਿਹਾਸਕਾਰਾਂ ਦੀ ਲਿਖਤ ਹੈ, ਕਿਉਂਕਿ ਸਾਧ ਸੰਗਤ ਜੋ ਇਤਿਹਾਸ ਵਿੱਚ ਲਿਖਤ ਹੋਣ ਦੇ ਕਾਰਨ ਅੱਜ ਸਾਡੀ ਕੌਮ ਦੇ ਵਿੱਚ ਵੈਦ ਵਿਰੋਧ ਭਾਵ ਬਹੁਤ ਵਧਿਆ ਹੋਇਆ ਹੈ। ਆਪ ਜੀ ਸਾਰੇ ਹੀ ਜਾਣਦੇ ਹੋ ਪਿਛਲੀ ਦਿਨਾਂ ਦੀ ਜੋ ਘਟਨਾ ਹੈ। ਕੋਈ ਤੇ ਆਖ ਰਹੇ ਹਨ ਕਿ ਸਤਿਗੁਰੂ ਪਾਤਸ਼ਾਹ ਜੀ ਭੋਰਿਆਂ ਵਿੱਚ ਰਹਿ ਕੇ ਤਪੱਸਿਆ ਕੀਤੀ, ਕੋਈ ਆਖਦੇ ਨੇ ਗੁਰੂ ਸਾਹਿਬ ਭੋਰਿਆਂ ਵਿੱਚ ਨਹੀਂ ਬੈਠੇ। ਲੇਕਿਨ ਸਾਧ ਸੰਗਤ ਜੀਓ, ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਅਸੀਂ ਸਭ ਤੋਂ ਪਹਿਲਾਂ ਕਿੰਤੂ ਪਰੰਤੂ ਬਹੁਤ ਛੇਤੀ ਕਰਨ ਲੱਗ ਪੈਂਦੇ ਹਾਂ। ਇੱਕ ਦਾਸ ਨੂੰ ਛੋਟੀ ਜੀ ਗੱਲ ਯਾਦ ਆਉਂਦੀ ਹੈ। ਭਾਈ ਮਸਕੀਨ ਜੀ, ਸੰਤ ਮਸਕੀਨ ਜੀ, ਜਿਨ੍ਹਾਂ ਨੂੰ ਆਪਾਂ ਸਾਰੇ ਪੰਥ ਰਤਨ ਕਰਕੇ ਜਾਣਦੇ ਹਾਂ। ਸਾਧ ਸੰਗਤ ਜੋ ਉਹਨਾਂ ਨੇ ਜਪਜੀ ਸਾਹਿਬ ਜੀ ਦਾ ਟੀਕਾ ਕੀਤਾ ਤੇ ਉਸ ਟੀਕੇ ਨੂੰ ਅੱਧ ਵਿਚਕਾਰ ਹੀ ਛੱਡ ਦਿੱਤਾ। ਪੁੱਛਣਾ ਕੀਤੀ ਗਈ, ਭਾਈ ਸਾਹਿਬ ਜੀ ਆਪ ਜੀ ਨੇ ਟੀਕਾ ਪੂਰਾ ਕਿਉਂ ਨਹੀਂ ਕੀਤਾ? ਤੇ ਉਹਨਾਂ ਨੇ ਆਖਿਆ, ਮੇਰੇ ਤੋਂ ਪਹਿਲਾਂ ਕਈਆਂ ਨੇ ਟੀਕੇ ਕੀਤੇ ਹੋਏ ਹਨ, ਮੈਨੂੰ ਕੀ ਲੋੜ ਹੈ ਹੁਣ ਟੀਕੇ ਕਰਨ ਦੀ। ਉਹਨਾਂ ਨੇ ਪੁੱਛਿਆ ਕਾਰਨ ਤੇ ਦੱਸੋ। ਤੇ ਮਸਕੀਨ ਜੀ ਆਖਦੇ ਹਨ, ਭਾਈ ਕਾਰਨ ਇਹ ਹੈ ਕਿ ਮੈਂ ਕਿਸੇ ਦੇ ਟੀਕੇ ਨੂੰ, ਕਿਸੇ ਦੇ ਕੀਤੇ ਹੋਏ ਅਰਥ ਨੂੰ ਗਲਤ ਨਹੀਂ ਕਹਿ ਸਕਦਾ। ਇਹ ਸਿਰਫ ਆਪਣੀ ਆਪਣੀ ਭਾਵਨਾ ਹੈ। ਜਿੰਨਾ ਹੀ ਕਿ ਜਿਹਨੂੰ ਸਮਝ ਆਉਂਦੀ ਹੈ ਉਹ ਉਨੀ ਗਹਿਰੀ ਗਿਆਨ ਦੀ ਚੁੱਭੀ ਮਾਰ ਲੈਂਦਾ ਹੈ ਤੇ ਇਸ ਸਾਗਰ ਵਿੱਚੋਂ ਗਿਆਨ ਦੇ ਰਤਨ ਤੇ ਮੋਤੀ ਚੁਗ ਲੈਂਦਾ ਹੈ। ਸੋ ਆਪਣੀ ਆਪਣੀ ਸਮਝ ਅਨੁਸਾਰ ਜਿੰਨੇ ਵੀ ਟੀਕਾਕਾਰ ਨੇ ਸਾਰੇ ਸਹੀ ਹਨ, ਲੇਕਿਨ ਮੈਂ ਇਸ ਕਰਕੇ ਟੀਕਾ ਬੰਦ ਕੀਤਾ ਹੈ ਕਿ ਭਾਈ ਜਿੰਨਾ ਕਿ ਜਿਹਨੂੰ ਗਿਆਨ ਸਤਿਗੁਰਾਂ ਨੇ ਬਖਸ਼ਿਆ ਹੈ, ਉਨਾ ਕਿ ਉਸ ਨੇ ਦ੍ਰਿਸ਼ਟੀ ਆਪਣੀ ਬੁੱਧੀ ਉਹਨਾਂ ਟੀਕਿਆਂ ਵਿੱਚ ਕੀਤੀ ਹੋਈ ਹੈ। ਸੋ ਸਾਧ ਸੰਗਤ ਜੋ ਸਾਡੇ ਇਤਿਹਾਸਕਾਰਾਂ ਦੀ ਕਈਆਂ ਦੀ ਲਿਖਤ ਹੈ, ਵੱਖਰੋ ਵੱਖਰੀ ਲਿਖਤ ਹੋਣ ਕਾਰਨ ਅੱਜ ਸਾਡਾ ਜਿਹੜਾ ਇਤਿਹਾਸ ਹੈ, ਸਿੱਖ ਇਤਿਹਾਸ ਹੈ, ਉਹ ਵੱਖੋ ਵੱਖਰੀ ਤਰੀਕਿਆਂ ਦੇ ਨਾਲ ਲਿਖਿਆ ਗਿਆ ਹੈ। ਲੇਕਿਨ ਜਿਹੜਾ ਜੀਵ ਇਤਿਹਾਸ ਨੂੰ ਪੜ੍ਹਦਾ ਹੈ, ਕਦੇ ਕਿਸੇ ਦੀ ਆਪਾਂ ਬੁੱਕ ਪੜ੍ਹ ਲਈਏ, ਕਦੇ ਕਿਸੇ ਦੀ ਪੜ੍ਹ ਲਈਏ, ਤੇ ਮਨ ਵਿੱਚ ਸਾਡੇ ਵੀ ਕਿੰਤੂ ਪਰੰਤੂ ਹੁੰਦੀ ਹੈ। ਲੇਕਿਨ ਸਾਧ ਸੰਗਤ ਜੋ ਅਸੀਂ ਆਪਣੇ ਗੁਰੂਆਂ ਤੇ ਕਿੰਤੂ ਪਰੰਤੂ ਨਾ ਕਰੀਏ, ਜੋ ਗੁਰੂ ਪਾਤਸ਼ਾਹ ਨੇ ਕੀਤਾ ਉਹ ਠੀਕ ਹੈ। ਸੋ ਗੁਰੂ ਪਾਤਸ਼ਾਹ ਜੀ ਪੰਜਵੇਂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਹ ਪਾਵਨ ਮੁਖਵਾਕ ਹਨ ਰਾਗ ਸੂਹੀ ਦੇ ਵਿੱਚ
उचारण करदे हैं गुरु पातशाह जी समझा रहे हैं, सगल त्याग गुर सरनी आया, राखो राखन हारे, जित तू लावै तित हम लागै, क्या यह जंत विचारे। साध संग जो सतगुरु पातशाह जी फरमान करदे ने, हे मेरे वाहिगुरु, हे रखिया करन दे समर्थ प्रभु, तू सारियां दी रखिया करन सकदा है ते तू इस विच समर्थ है। मेरी रखिया कर, मैं सारे आसरे छड़ के गुरु दी शरण आ पिया। जिमें गुरु अंगद देव जी महाराज ने सारे आसरे छड़ दिते सन, देवी देवतियां दे आसरे छड़ दिते सन, लेकिन गुरु नानक पातशाह जी दा आसरा फड़ लिया ते साध संग जो सब कुछ उन्होंने गुरु नानक पातशाह जी तो प्राप्त कर लिया। भाव आप एक दिन वो आया, गुरु अंगद देव का रूप बन के संसार विच प्रगट होए। सो पातशाह जी फरमान करते हैं, हे मेरे मालिक, मैं ते सारे आसरे छड़ के आप जी की शरण विच आ पिया हाँ। हे मेरे प्रभु, इन्हां जीवां बेचारियां दी, जिमें पातशाह जी फरमान करते हैं, जित तू लावै तित हम लागै, क्या यह जंत विचारे। ये जिहड़े जीव हैं, इन्हां दी की कमी है। जिमें आप जी का हुक्म होंदा है, ये उसे पासे तुर पैंदे हैं। जिस काम विच असां जीवां नूं आप जीओ महाराज ला दिंदे हो, असी उसे काम विच लग पैंदे हां। फिर भी साडे माड़े कर्म हैं, लेकिन असी जिस कर्म जिस मनोरथ लई संसार विच आए हाँ, वो है परमात्मा का नाम, वो है वाहिगुरु का नाम। जिन्हां ने वाहिगुरु के नाम का ओट आसरा लिया है, वो सचमुच ही इस संसार विचों आनंद खट लेंदे हैं। मेरे राम जी तू प्रभ अंतर जामी, कर कृपा गुरदेव दयाला, गुण गावा नित स्वामी। पावन मुखवाग दियाँ ए राहो दियाँ भाव बंद दियाँ तुकां हन। मेरे राम जी तू प्रभ अंतर जामी, कर कृपा गुरदेव दयाला, गुण गावा नित स्वामी। हे मेरे राम जी, हे मेरे प्रभु जी, तू मेरे दिल दी जानन वाला है। हे दया दे घर गुरदेव, हे स्वामी मेहर कर, मैं सदा तेरे गुण ही गांदा रवां। मैनू अपने गुणां दे खजाने दे नाल जोड़, ताकि मैं आप जी दे गुणां दे खजानिਆਂ ਵਿੱਚੋਂ ज्ञान रूपी चुब्बी मार के ओ जवाहर रतन माणक प्राप्त कर सका, जिन्हां नूं पाया मैं इस संसार तो मुक्त हो सका। रहाओ आठ पहर प्रभ अपना ध्याईए, गुर प्रसाद भव तरिए। आप त्याग होइए सब रेणा, जीवत आयो मरिए। सगल त्याग गुर सरनी आया। सतगुरु पातशाह जी फरमान करते हैं, भाई राखो राखन हारे। ते अगली तुक विच गुरु पातशाह जी फरमान करते हैं, सफल जन्म तिसका जग भीतर, साध संग नाउ जापे, सगल मनोरथ तिसके पूरन, जिस दया करे प्रभापे। जिस ते आप जी मेरे मालिक कृपा कर दिंदे हो, जिस ते आप जी मेहर कर दिंदे हो, उन्हां जीवां नूं आप अपने नाम बाणी नाल जोड़ लेंदे हो। जिमें पातशाह जी फरमान करते हैं, हे भाई अठे पैर अपने मालिक प्रभु का ध्यान धरना सानू चाहिदा है। उस मालिक की शरण विच रहना चाहिदा है। जिस तरह गुरु की कृपा नाल संसार समुंदर तो पार लंघ जाईदा। हे भाई आपा भाव छड़ के गुरु के चरना की धूड़ी बन जाना सानू चाहिदा है। इसे तरह दुनिया की किरत कार करदियां ही निर्मोह हो
ਜਾਣਾ ਸਾਨੂੰ ਚਾਹੀਦਾ ਹੈ। ਜਦੋਂ ਅਸੀਂ ਨਿਰਮੋਹ ਹੋ ਜਾਵਾਂਗੇ ਉਦੋਂ ਮੇਰਾ ਮਾਲਕ ਉਹ ਵਾਹਿਗੁਰੂ ਉਹ ਨਿਰੰਕਾਰ ਜੀ ਨੇ ਸਾਡੇ ਤੇ ਕਿਰਪਾ ਕਰਨੀ ਹੈ ਤੇ ਸਾਡੇ ਜਿੰਨੇ ਵੀ ਮਨੋਰਥ ਹਨ ਉਹ ਆਪ ਹੱਥ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਵਾਰ ਦੇਣੇ ਹਨ ਜੀ। ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਣ ਦਿਆਲਾ, ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰ ਵਾਲਾ। ਲਾਸਟ ਪੰਕਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸਪਸ਼ਟ ਕਰ ਦਿੱਤਾ, ਭਾਈ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਜਾ ਤਿਸ ਭਾਵੈ ਤਾ ਹੁਕਮ ਮਨਾਵੈ इस बेड़े को पार लंगावै। गुर प्रसाद ऐसी बुद्ध समानी चूक गई फिर आवन जानी, कहो कबीर भज सारंग पानी पुरवार पार सब एको दानी। जदों उस मालिक दी सरन विच उस मालिक दे नाम रूपी बेड़े विच सचमुच ही अपने आप नूं बिठा लवांगे ते गुरु पातशाह जी फरमान करदे ने फिर इन्हां जीवां ते वो मालिक की किरपा हो जाती है। कर किरपा अपना नाम दीजै नानक साधर वाला। सो पातशाह जी फरमान करते हैं, हे भाई जेड़ा मनुख गुरु की संगत विच रह के परमात्मा का नाम जपदा है जगत विच उस दा जीवन कामयाब हो जाता है। हे भाई जिस मनुख उत्थे परमात्मा आप ही किरपा करता है उस दियां सारियां मुरादां पूरियां हो जांदियां हन। धन पातशाह जी ਵੱਡੇ सतगुरु गुरु नानक पातशाह के नाम की मोहर ला के समझा रहे हैं, हे नानक दास आख हे दीना उत्ते दया करन वाले, हे कृपालू, हे मेहर दे मालिक प्रभु मेरे ते दया दे सोमे मैं तेरी शरण आया हाँ, मेहर कर मैनू अपना नाम बख्शिश कर दे। जिमें पातशाह जी फरमान करते हैं, हे गोबिंद हे गोपाल हे दयाल लाल। सो पातशाह जी इत्थे बख्शिश करते हैं, भाई जदों उस मालिक नूं अपना मित्र अपना प्यारा बना लवेंगा तो मालिक ने तेरे ते जरूर किरपा कर देनी है। तैनू इस भवसागर तो वो मालिक अपने नाम रूपी बेड़े विच बहा के तैनू पार करा देणगे। जिमें लास्ट पंक्तियां सानू समझा रही हैं, दीन दयाल कृपाल प्रभ स्वामी तेरी शरण दयाला, कर कृपा अपना नाम दीजै नानक सादर वाला। जदों साध संगत जदों वो मेरा मालिक वाहिगुरू आप ही कृपा करन ताई साडी झोली नाम की दात पैंदी है, ताई साडे हिरदे रूपी घर विच परमात्मा का नाम टिक सकता है वस सकता है। सो असी सारिया जीवां ने रल मिल के पातशाह के चरणों का ओट आसरा लेना है। सतगुर के चरणों में ये अरदास बेनती करनी है कि पातशाह जी कृपा करो दीन के दाते, मेरा गुण अवगुण ना विचारो कोई, माटी का क्या तो पै स्वामी मानस की गति ही। हे वाहिगुरू जी कृपा करो ये जिहड़ा मनुखा जन्म तुसी बख्शिश किया है ये आप जी के नाम नाल जुड़ के सफला हो सके, ये जीवन विच हमेशा ही खुशियां प्राप्त हो सकन, ये जीवन विच आप जी नाल जुड़िया ही ये जीवन गुजर जावे तां ये जीवन सफल हो सकता है। सो साध संगत जो विचारां करदियां बेनत भुलां गलतियां हो गईयां होणगीਆਂ, गुरबाणी सतगुर दी है भुलां दसदियां न, बाणी पल्ले बन लिओ जी भुलां दसदियां झोली पा दिओ। साध संगत जो किसी भी माई भाई का कोई सुझाव होवे जो दास नाल आप जी सांझ करना चाहते होवन ते दास का इंडिया का नंबर है जी 87 50 10 63 75। आप जी इस नंबर ते दास नाल संपर्क कर सकते हो जी। सो साध संगत जो विचारां करते हैं फिर बेअंत भुलां गलतियां हो गई होणगीਆਂ आप जी बख्शण जोग हो जी। पातशाह जी फरमान करते हैं, ये लोग सुखिए परलोक सुहेले नानक हर प्रभ आप पे मेले। वाहिगुरू जी का खालसा वाहिगुरू जी की फतेह।